ਵੈਂਕੂਵਰ 'ਚ ਪੈਂਦੇ ਸ਼ਹਿਰ ਕੋਕਿਟਲਮ ਵਿੱਚ ਅਜਿਹੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਜਿਨ੍ਹਾਂ ਨੂੰ ਟੂਣਿਆਂ ਦੇ ਨਾਲ ਜੋੜਿਆ ਜਾ ਰਿਹਾ ਹੈ। ਅਸਲ 'ਚ ਕੋਕਿਟਲਮ ਦੇ ਪਾਰਕਾਂ 'ਚ ਕੁਝ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿਨ੍ਹਾਂ ਵਿੱਚ ਕੁਝ ਨਿੰਬੂਆਂ ਨੂੰ ਸੂਈਆਂ ਨਾਲ ਵਿੰਨ੍ਹਿਆ ਗਿਆ ਹੋਇਆ ਹੈ। ਸਿਰਫ ਇੰਨਾ ਹੀ ਨਹੀਂ, ਕੁਝ ਨਿੰਬੂਆਂ ਨੂੰ ਵਿਚਕਾਰੋਂ ਕੱਟ ਕੇ ਉਹਨਾਂ ਵਿੱਚ ਕੁਝ ਭਰਿਆ ਵੀ ਗਿਆ ਹੋਇਆ ਹੈ ਤੇ ਉਹਨਾਂ ਨੂੰ ਧਾਗੇ ਨਾਲ ਬੂਟਿਆਂ ਦੀਆਂ ਡੰਡੀਆਂ ਨਾਲ ਬੰਨ੍ਹਿਆ ਗਿਆ ਹੈ। ਕੋਕਿਟਲਮ ਦੀ ਪੁਲਿਸ ਵੱਲੋਂ ਉਹਨਾਂ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ ਜੋ ਇਹ ਨਿੰਬੂ ਇਹਨਾਂ ਦਰਖਤਾਂ ਨਾਲ ਬੰਨ੍ਹ ਰਹੇ ਨੇ। ਪੁਲਿਸ ਅਨੁਸਾਰ ਗੇਟਸ ਪਾਰਕ ਤੋਂ ਲੈ ਕੇ ਕੋਕਿਟਲਮ ਦਰਿਆ ਨਾਲ ਚੱਲਦੀਆਂ ਪਗਡੰਡੀਆਂ ਤੋਂ ਇਹ ਨਿੰਬੂ ਲੱਭੇ ਜਾ ਸਕਦੇ ਨੇ ਜਿਨ੍ਹਾਂ ਨੂੰ ਦੁਫਾੜ ਕਰਕੇ ਕੁਝ ਭਰਿਆ ਗਿਆ ਹੈ ਤੇ ਬਾਅਦ 'ਚ ਉਹਨਾਂ ਨੂੰ ਸੂਈਆਂ ਨਾਲ ਵਿੰਨ੍ਹ ਕੇ ਧਾਗੇ ਨਾਲ ਇਹਨਾਂ ਰੁੱਖਾਂ ਨਾਲ ਬੰਨ੍ਹਿਆ ਗਿਆ ਹੈ। ਪੁਲਿਸ ਨੂੰ ਡਰ ਹੈ ਕਿ ਇਹ ਸੂਈਆਂ ਡਿੱਗ ਕੇ ਕਿਸੇ ਦੇ ਚੁੱਭ ਨਾ ਜਾਣ ਅਤੇ ਜਾਂ ਫਿਰ ਇਸ ਨਾਲ ਕਿਸੇ ਦੀ ਸਿਹਤ ਨੂੰ ਕੋਈ ਨੁਕਸਾਨ ਨਾ ਹੋਵੇ। ਇਸ ਲਈ ਪੁਲਿਸ ਨੇ ਗਵਾਹਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਹੈ ਅਤੇ ਜਨਤਾ ਨੂੰ ਵੀ ਚਕੰਨਿਆ ਕੀਤਾ ਹੈ ਕਿ ਇਹਨਾਂ ਨਿੰਬੂਆਂ ਨੂੰ ਨਾ ਛੇੜਿਆ ਜਾਵੇ ਅਤੇ ਜੇਕਰ ਕਿਸੇ ਨੇ ਇਹ ਨਿੰਬੂ ਟੰਗਦਿਆਂ ਕਿਸੇ ਨੂੰ ਦੇਖਿਆ ਹੈ ਤਾਂ ਤੁਰੰਤ ਪੁਲਿਸ ਨੂੰ ਦੱਸਿਆ ਜਾਵੇ। ਇਹਨਾਂ ਫੋਟੋਆਂ ਨੂੰ ਦੇਖ ਕੇ ਅਜਿਹਾ ਲੱਗਦਾ ਹੈ ਕਿ ਸ਼ਾਇਦ ਕਿਸੇ ਅੰਧ ਵਿਸ਼ਵਾਸੀ ਨੇ ਟੂਣਾ ਟਾਮਣ ਕਰਨ ਦੀ ਵਿਧੀ ਨਾਲ ਇਹਨਾਂ ਨਿੰਬੂਆਂ ਨੂੰ ਇੱਥੇ ਬੰਨ੍ਹਿਆ ਹੈ ਤੇ ਇਸ ਦੀ ਸ਼ਹਿਰ 'ਚ ਭਾਰੀ ਚਰਚਾ ਚੱਲ ਰਹੀ ਹੈ ਕਿ ਕੈਨੇਡਾ ਆ ਕੇ ਵੀ ਕੁਝ ਲੋਕ ਅੰਧ ਵਿਸ਼ਵਾਸ ਦਾ ਪਿੱਛਾ ਨਹੀਂ ਛੱਡਦੇ ਅਤੇ ਕੁਝ ਅਜਿਹੇ ਕੰਮ ਕਰਦੇ ਨੇ ਜੋ ਦੂਜਿਆਂ ਲਈ ਵੀ ਮੁਸੀਬਤ ਖੜੀ ਕਰ ਸਕਦੇ ਨੇ ਜਾਂ ਉਹਨਾਂ ਦੀ ਸਿਹਤ ਲਈ ਖਤਰਾ ਬਣ ਸਕਦੇ ਨੇ। ਪੁਲਿਸ ਨੇ ਇਹਨਾਂ ਲੋਕਾਂ ਨੂੰ ਫੜਨ ਲਈ ਸਹਿਯੋਗ ਦੀ ਅਪੀਲ ਵੀ ਕੀਤੀ ਹੈ। ਹਾਲਾਂਕਿ ਇਹ ਕੋਈ ਪਹਿਲਾ ਵਾਕਿਆ ਨਹੀਂ ਹੈ ਜਦੋਂ ਕੈਨੇਡਾ 'ਚ ਟੂਣਾ ਕਰਨ ਦੀ ਗੱਲ ਸਾਹਮਣੇ ਆਈ ਹੈ। ਇਸ ਤੋਂ ਪਹਿਲਾਂ ਵੀ ਸਰੀ ਦੀਆਂ ਸੜਕਾਂ 'ਤੇ ਵੀ ਕੁਝ ਅਜਿਹੀਆਂ ਘਟਨਾਵਾਂ ਦੇਖਣ ਨੂੰ ਮਿਲੀਆਂ ਜਿੱਥੇ ਕਿਸੇ ਵੱਖ-ਵੱਖ ਤਰ੍ਹਾਂ ਦੀ ਵਿਧੀ ਵਰਤ ਕੇ ਟੂਣਾ ਟੰਮਣ ਕੀਤਾ ਗਿਆ ਸੀ। ਕੁਝ ਲੋਕਾਂ ਵੱਲੋਂ ਸ਼ੰਕਾ ਪ੍ਰਗਟਾਈ ਜਾ ਰਹੀ ਹੈ ਕਿ ਤਾਂਤਰਿਕਾਂ ਨੂੰ ਮੰਨਣ ਵਾਲੇ ਕਿਸੇ ਅੰਧ ਵਿਸ਼ਵਾਸੀ ਵੱਲੋਂ ਇਹ ਕੰਮ ਕੀਤਾ ਜਾ ਰਿਹਾ ਹੈ, ਪਰ ਇਸ ਨੂੰ ਹਾਲੇ ਤੱਕ ਕਿਸੇ ਵੀ ਵਿਸ਼ੇਸ਼ ਭਾਈਚਾਰੇ ਨਾਲ ਨਹੀਂ ਜੋੜਿਆ ਗਿਆ ਕਿਉਂਕਿ ਦੁਨੀਆ ਦੇ ਵੱਖ-ਵੱਖ ਧਰਮਾਂ ਅਤੇ ਸੱਭਿਆਚਾਰਾਂ 'ਚ ਅਜਿਹੇ ਲੋਕ ਮੌਜੂਦ ਨੇ ਜੋ ਅਜਿਹੀ ਵਿਧੀ ਨਾਲ ਆਪਣੀਆਂ ਇੱਛਾਵਾਂ ਪੂਰੀ ਕਰਨ 'ਚ ਵਿਸ਼ਵਾਸ ਰੱਖਦੇ ਨੇ। ਫਿਲਹਾਲ ਪੁਲਿਸ ਨੇ ਇਹਨਾਂ ਨੂੰ ਫੜਨ ਦੀ ਮਦਦ ਦੀ ਅਪੀਲ ਕੀਤੀ ਹੈ ਤੇ ਇਸ ਦੇ ਨਾਲ ਹੀ ਲੋਕਾਂ ਨੂੰ ਵੀ ਜਾਗਰੂਕ ਕੀਤਾ ਹੈ ਕਿ ਅਜਿਹੀਆਂ ਚੀਜ਼ਾਂ ਨੂੰ ਹੱਥ ਨਾ ਲਾਇਆ ਜਾਵੇ। ਜ਼ਿਕਰਯੋਗ ਹੈ ਕਿ ਇਹਨਾਂ ਪਗਡੰਡੀਆਂ ਤੇ ਲੋਕ ਸਵੇਰੇ ਸ਼ਾਮ ਸੈਰ ਕਰਦੇ ਨੇ। ਭਾਰਤ ਤੋਂ ਬਾਅਦ ਹੁਣ ਅਮਰੀਕਾ ਵਿੱਚ ਵੀ ਟਿਕਟੌਕ ਤੇ ਪਾਬੰਦੀ ਲੱਗਣ ਜਾ ਰਹੀ ਹੈ, ਪਰ ਅਮਰੀਕਾ 'ਚ ਲੱਗਣ ਵਾਲੀ ਪਾਬੰਦੀ ਭਾਰਤ ਨਾਲੋਂ ਥੋੜੀ ਵੱਖਰੀ ਹੋਵੇਗੀ। ਭਾਰਤ ਸਰਕਾਰ ਨੇ ਆਮ ਲੋਕਾਂ ਤੇ ਟਿਕਟੌਕ ਵਰਤਣ ਤੇ ਪੂਰੀ ਤਰ੍ਹਾਂ ਪਾਬੰਦੀ ਲਾ ਦਿੱਤੀ ਸੀ, ਪਰ ਅਮਰੀਕਾ ਵਿੱਚ ਅਗਲੇ ਹਫ਼ਤੇ ਇੱਕ ਬਿੱਲ ਤੇ ਵੋਟ ਪਾਈ ਜਾਵੇਗੀ ਜਿਸ ਦੇ ਵਿੱਚ ਇਹ ਤੈਅ ਕੀਤਾ ਜਾਵੇਗਾ ਕਿ ਅਮਰੀਕਾ 'ਚ ਫੈਡਰਲ ਸਰਕਾਰ ਦੇ ਅਧਿਕਾਰੀ ਇਸ ਐਪ ਦੀ ਵਰਤੋਂ ਨਹੀਂ ਕਰ ਸਕਣਗੇ। ਹਾਲਾਂਕਿ ਉਹਦੇ ਵਿੱਚ ਇੱਕ ਮਤ ਇਹ ਵੀ ਹੋਵੇਗਾ ਕਿ ਉਹ ਸਰਕਾਰ ਵੱਲੋਂ ਜਾਰੀ ਕੀਤੇ ਉਪਕਰਨਾਂ ਵਿੱਚ ਇਸ ਐਪ ਨੂੰ ਡਾਊਨਲੋਡ ਨਹੀਂ ਕਰ ਸਕਣਗੇ ਅਤੇ ਨਾ ਹੀ ਵਰਤ ਸਕਣਗੇ। ਹਾਲਾਂਕਿ ਉਹ ਨਿੱਜੀ ਉਪਕਰਨਾਂ 'ਤੇ ਇਸ ਐਪ ਦੀ ਵਰਤੋਂ ਕਰ ਸਕਦੇ ਨੇ। ਸੈਨੇਟ ਹੋਮਲੈਂਡ ਸਿਕਿਉਰਿਟੀ ਵੱਲੋਂ ਸਰਕਾਰੀ ਮਾਮਲਿਆਂ ਦੀ ਕਮੇਟੀ 22 ਜੁਲਾਈ ਨੂੰ ਸਰਕਾਰੀ ਡਿਵਾਈਸਸ 'ਤੇ ਟਿਕਟੌਕ ਨਾ ਹੋਣ ਸੰਬੰਧੀ ਐਕਟ 'ਤੇ ਸੁਣਵਾਈ ਕਰੇਗੀ। ਚੀਨੀ ਐਪ ਟਿਕਟੌਕ ਅਮਰੀਕੀ ਬੱਚਿਆਂ 'ਚ ਕਾਫੀ ਮਸ਼ਹੂਰ ਹੈ ਅਤੇ ਨੌਜਵਾਨ ਵੀ ਇਸ ਦੀ ਵਰਤੋਂ ਵੱਡੀ ਪੱਧਰ 'ਤੇ ਕਰਦੇ ਨੇ। ਭਾਰਤ ਵੱਲੋਂ ਟਿਕਟੌਕ ਸਮੇਤ 29 ਚੀਨੀ ਐਪਸ 'ਤੇ ਪਾਬੰਦੀ ਲਗਾਈ ਗਈ ਸੀ, ਜਿਸ ਤੋਂ ਬਾਅਦ ਅਮਰੀਕਾ 'ਚ ਵੀ ਇਸ 'ਤੇ ਪਾਬੰਦੀ ਦੀ ਗੱਲ ਉੱਠਣ ਲੱਗੀ ਸੀ। ਅਮਰੀਕਾ ਵੱਲੋਂ ਪਹਿਲਾਂ ਵੀ ਦੋਸ਼ ਲਗਾਏ ਜਾਂਦੇ ਰਹੇ ਨੇ ਕਿ ਚੀਨ ਵੱਲੋਂ ਆਪਣੀਆਂ ਕੰਪਨੀਆਂ ਦੁਆਰਾ ਵੱਖ-ਵੱਖ ਮੁਲਕਾਂ 'ਚ ਜਾਸੂਸੀ ਕੀਤੀ ਜਾ ਰਹੀ ਹੈ ਤੇ ਇਸੇ ਤਰ੍ਹਾਂ ਦੇ ਦੋਸ਼ ਹੀ ਹੁਣ ਟਿਕਟੌਕ 'ਤੇ ਵੀ ਲੱਗ ਰਹੇ ਨੇ ਕਿ ਟਿਕਟੌਕ ਦੇ ਜ਼ਰੀਏ ਚੀਨ ਵੱਖ-ਵੱਖ ਮੁਲਕਾਂ ਦਾ ਡਾਟਾ ਇਕੱਠਾ ਕਰ ਰਿਹਾ ਹੈ ਤੇ ਉਸ ਨੂੰ ਆਪਣੀਆਂ ਨੀਤੀਆਂ ਬਣਾਉਣ ਲਈ ਵਰਤ ਰਿਹਾ ਹੈ। ਜਦਕਿ ਅਮਰੀਕੀ ਅਧਿਕਾਰੀਆਂ ਦਾ ਇੱਥੋਂ ਤੱਕ ਵੀ ਕਹਿਣਾ ਹੈ ਕਿ ਸਰਕਾਰੀ ਮੁਲਾਜ਼ਮਾਂ ਵੱਲੋਂ ਵਰਤੀ ਜਾ ਰਹੀ ਟਿਕਟੌਕ ਉਹਨਾਂ ਦੇ ਦੇਸ਼ ਲਈ ਵੱਡਾ ਖਤਰਾ ਵੀ ਸਾਬਤ ਹੋ ਸਕਦੀ ਹੈ, ਜਿਸ ਤੋਂ ਬਾਅਦ ਚੀਨ ਦੀ ਇਸ ਐਪ 'ਤੇ ਪਾਬੰਦੀ ਲਗਾਉਣ ਦੀ ਗੱਲ ਕੀਤੀ ਜਾ ਰਹੀ ਸੀ। ਪਰ ਇਹ ਪਾਬੰਦੀਆਂ ਸਿਰਫ ਫੈਡਰਲ ਮੁਲਾਜ਼ਮਾਂ ਲਈ ਹੀ ਹੋਣਗੀਆਂ, ਜਦਕਿ ਅਮਰੀਕਾ ਦੇ ਆਮ ਲੋਕ ਇਸ ਐਪ ਦੀ ਵਰਤੋਂ ਕਰ ਸਕਣਗੇ। ਅਮਰੀਕਾ 'ਚ ਇਸ ਵੇਲੇ ਸਿਆਸੀ ਅਖਾੜਾ ਪੂਰੀ ਤਰ੍ਹਾਂ ਭਖ ਚੁੱਕਿਆ ਹੈ। ਇਸੇ ਸਾਲ 3 ਨਵੰਬਰ ਨੂੰ ਅਮਰੀਕਾ 'ਚ ਰਾਸ਼ਟਰਪਤੀ ਚੋਣਾਂ ਹੋਣ ਜਾ ਰਹੀਆਂ ਨੇ। ਇਸ ਵਾਰ ਰਾਸ਼ਟਰਪਤੀ ਚੋਣਾਂ 'ਚ ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਜੋ ਬਾਈਡਨ ਤਕੜੀ ਟੱਕਰ ਦੇ ਰਹੇ ਨੇ। ਹਾਲਾਂਕਿ ਤਾਜ਼ਾ ਆਏ ਸਰਵੇ ਵਿੱਚ ਟਰੰਪ ਪਿਛੜਦੇ ਨਜ਼ਰ ਆ ਰਹੇ ਨੇ, ਜਦਕਿ ਜੋ ਬਾਈਡਨ ਨੂੰ ਵੱਡੀ ਲੀਡ ਮਿਲਦੀ ਦਿਖਾਈ ਦੇ ਰਹੀ ਹੈ। ਤਾਜ਼ਾ ਸਰਵੇ ਮੁਤਾਬਕ ਲਗਭਗ 14 ਅੰਕ ਜੋ ਬਾਈਡਨ ਟਰੰਪ ਤੋਂ ਅੱਗੇ ਚੱਲ ਰਹੇ ਨੇ। ਮਾਹਰਾਂ ਅਨੁਸਾਰ ਜੋ ਬਾਈਡਨ ਨੇ ਵੋਟਰਾਂ 'ਤੇ ਆਪਣੀ ਚੰਗੀ ਪਕੜ ਬਣਾ ਲਈ ਹੈ। ਇਸੇ ਦੌਰਾਨ ਟਰੰਪ ਨੇ ਇੱਕ ਵੱਡਾ ਕਦਮ ਚੁੱਕਿਆ ਹੈ। ਟਰੰਪ ਨੇ ਆਪਣੇ ਕੰਪੇਨ ਮੈਨੇਜਰ ਨੂੰ ਬਦਲ ਦਿੱਤਾ ਹੈ। ਟਰੰਪ ਨੇ ਸੋਸ਼ਲ ਮੀਡੀਆ 'ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਿਲ ਸਟੀਫਨ ਹੁਣ ਉਹਨਾਂ ਦੇ ਨਵੇਂ ਚੋਣ ਕੰਪੇਨਰ ਹੋਣਗੇ ਜੋ ਰਾਸ਼ਟਰਪਤੀ ਚੋਣਾਂ 'ਚ ਉਹਨਾਂ ਦੇ ਚੋਣ ਪ੍ਰਚਾਰ ਦੀ ਕਮਾਂਡ ਸੰਭਾਲਣਗੇ। ਹਾਲਾਂਕਿ ਟਰੰਪ ਨੇ ਕਿਹਾ ਕਿ ਉਹਨਾਂ ਦੇ ਪਹਿਲੇ ਚੋਣ ਕੰਪੇਨਰ ਵੀ ਇਸੇ ਟੀਮ 'ਚ ਸੀਨੀਅਰ ਸਲਾਹਕਾਰ ਬਣੇ ਰਹਿਣਗੇ।
ਟਰੰਪ ਨੇ ਕਿਹਾ ਕਿ 2016 'ਚ ਉਹਨਾਂ ਦੀ ਇਤਿਹਾਸਕ ਜਿੱਤ ਹੋਈ ਸੀ ਅਤੇ ਇਹਨਾਂ ਦੋਵਾਂ ਨੇ ਹੀ ਉਸ ਜਿੱਤ 'ਚ ਅਹਿਮ ਭੂਮਿਕਾ ਨਿਭਾਈ ਸੀ ਅਤੇ ਟਰੰਪ ਨੇ ਵਿਸ਼ਵਾਸ ਜਤਾਇਆ ਕਿ ਇਸ ਵਾਰ ਵੀ ਉਹਨਾਂ ਨੂੰ ਵੱਡੀ ਜਿੱਤ ਹਾਸਲ ਹੋਵੇਗੀ ਅਤੇ ਉਹ ਦੁਬਾਰਾ ਇਤਿਹਾਸ ਰਚਣਗੇ। ਜਦਕਿ ਕਰੋਨਾ ਵਾਇਰਸ ਤੋਂ ਬਾਅਦ ਟਰੰਪ ਦੀ ਸਿਆਸੀ ਹਾਲਤ ਕਾਫੀ ਪਤਲੀ ਚੱਲ ਰਹੀ ਹੈ। ਅਮਰੀਕਾ 'ਚ ਵੱਡੀ ਗਿਣਤੀ 'ਚ ਲੋਕ ਟਰੰਪ ਤੋਂ ਨਾਰਾਜ਼ ਨਜ਼ਰ ਆ ਰਹੇ ਨੇ। ਜਦਕਿ ਜਾਰਜ ਫਲਾਇਡ ਦੀ ਮੌਤ ਤੋਂ ਬਾਅਦ ਅਮਰੀਕਾ 'ਚ ਪੈਦਾ ਹੋਏ ਹਾਲਾਤਾਂ ਨਾਲ ਵੀ ਟਰੰਪ ਦੀ ਸਿਆਸੀ ਹਾਲਤ ਹੋਰ ਪਤਲੀ ਹੋ ਗਈ ਸੀ। ਪੂਰੇ ਅਮਰੀਕਾ ਦੇ ਵਿੱਚ ਵੱਡੀ ਪੱਧਰ ਤੇ ਰੋਸ ਪ੍ਰਦਰਸ਼ਨ ਹੋਏ ਸਨ ਅਤੇ ਰੱਜ ਕੇ ਲੁੱਟ-ਖੋਹ ਹੋਈ ਸੀ, ਜਿਸ ਤੋਂ ਬਾਅਦ ਟਰੰਪ ਦੀ ਲੋਕਪ੍ਰਿਯਤਾ ਹੋਰ ਘਟ ਗਈ ਸੀ। ਹਾਲਾਂਕਿ ਟਰੰਪ ਦਾ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਵਾਰ ਸਾਇਲੈਂਟ ਮੈਜੋਰਟੀ ਨਾਲ ਉਹ ਜਿੱਤਣਗੇ। ਵੈਨਕੂਵਰ ਦੇ ਵੱਡੇ ਪੰਜਾਬੀ ਕਾਰੋਬਾਰੀ ਨੂੰ ਅਮਰੀਕਾ 'ਚ 90 ਦਿਨ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਡੇਵਿਡ ਦੀ ਬੁੱਧਵਾਰ ਨੂੰ ਵੀਡੀਓ ਕਾਨਫਰੰਸ ਜ਼ਰੀਏ ਪੇਸ਼ੀ ਹੋਈ ਤੇ ਇਸ ਦੌਰਾਨ ਉਹਨਾਂ ਨੂੰ ਇਹ ਸਜ਼ਾ ਸੁਣਾਈ ਗਈ। ਡੇਵਿਡ ਸਿੱਧੂ ਤੇ ਦੋਸ਼ ਲੱਗੇ ਸਨ ਕਿ ਉਹਨਾਂ ਨੇ ਆਪਣੇ ਬੇਟਿਆਂ ਨੂੰ ਅਮਰੀਕਾ ਦੇ ਕਾਲਜਾਂ 'ਚ ਦਾਖਲਾ ਦਿਵਾਉਣ ਲਈ ਫਰਾਡ ਕੀਤਾ ਹੈ। ਇਹਨਾਂ ਦੋਸ਼ਾਂ ਨੂੰ ਡੇਵਿਡ ਸਿੱਧੂ ਵੱਲੋਂ ਅਦਾਲਤ 'ਚ ਸਵੀਕਾਰ ਕਰ ਲਿਆ ਗਿਆ, ਜਿਸ ਤੋਂ ਬਾਅਦ ਅਦਾਲਤ ਨੇ ਇਹ ਫੈਸਲਾ ਸੁਣਾਇਆ। ਉਮੀਦ ਜਤਾਈ ਜਾ ਰਹੀ ਹੈ ਕਿ ਫੈਡਰਲ ਬਿਊਰੋ ਆਫ ਪ੍ਰਿਜ਼ਨਸ ਵੱਲੋਂ 23 ਸਤੰਬਰ ਨੂੰ ਡੇਵਿਡ ਸਿੱਧੂ ਨੂੰ ਹਿਰਾਸਤ 'ਚ ਲਿਆ ਜਾ ਸਕਦਾ ਹੈ ਅਤੇ ਇਸ ਤੋਂ ਬਾਅਦ ਉਹਨਾਂ ਨੂੰ 17 ਦਸੰਬਰ ਨੂੰ ਹਿਰਾਸਤ 'ਚੋਂ ਰਿਹਾ ਕੀਤਾ ਜਾਵੇਗਾ, ਜਿਸ ਤੋਂ ਬਾਅਦ ਉਹ BC ਪਰਤਣਗੇ ਤੇ ਇੱਥੇ ਆ ਕੇ 14 ਦਿਨ ਦਾ ਇਕਾਂਤਵਾਸ ਵੀ ਕੱਟਣਗੇ। ਇਸ ਦੌਰਾਨ ਡੇਵਿਡ ਨੇ ਅਦਾਲਤ 'ਚ ਕਿਹਾ ਕਿ ਉਹਨਾਂ ਨੇ ਭਾਰੀ ਗਲਤੀ ਕੀਤੀ ਹੈ, ਜਿਸ ਤੋਂ ਬਾਅਦ ਉਹਨਾਂ ਨੂੰ ਇਹ ਦਿਨ ਦੇਖਣਾ ਪਿਆ ਹੈ। ਡੇਵਿਡ ਨੇ ਕਿਹਾ ਕਿ ਉਹ ਸ਼ਬਦਾਂ ਵਿੱਚ ਵੀ ਇਹ ਬਿਆਨ ਨਹੀਂ ਕਰ ਸਕਦੇ ਕਿ ਇਹ ਗਲਤੀ ਕਰਨ ਤੋਂ ਬਾਅਦ ਉਹ ਕਿਵੇਂ ਦਾ ਮਹਿਸੂਸ ਕਰ ਰਹੇ ਨੇ। ਡੇਵਿਡ ਨੇ ਕਿਹਾ ਕਿ ਉਹ ਕੋਈ ਬਹਾਨਾ ਨਹੀਂ ਬਣਾਉਣਗੇ ਅਤੇ ਆਪਣੇ ਕੀਤੇ ਕੰਮ ਦੀ ਸਜ਼ਾ ਭੁਗਤਣਗੇ। ਡੇਵਿਡ ਨੇ ਕਿਹਾ ਕਿ ਉਹਨਾਂ ਨੇ ਹਮੇਸ਼ਾ ਕੋਸ਼ਿਸ਼ ਕੀਤੀ ਹੈ ਕਿ ਉਹ ਆਪਣੇ ਪਰਿਵਾਰ ਲਈ ਆਦਰਸ਼ ਬਣੇ ਰਹਿਣ ਅਤੇ ਉਹਨਾਂ ਦੇ ਸਤਿਕਾਰਤ ਪਾਤਰ ਵੀ ਬਣੇ ਰਹਿਣ, ਪਰ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਭਾਰੀ ਗਲਤੀ ਕੀਤੀ ਹੈ, ਜਿਸ ਕਾਰਨ ਉਹਨਾਂ ਦਾ ਪਰਿਵਾਰ ਵੀ ਪ੍ਰਭਾਵਿਤ ਹੋਵੇਗਾ। ਡੇਵਿਡ ਸਿੱਧੂ ਨੇ ਉਹਨਾਂ ਕੋਲੋਂ ਵੀ ਮਾਫੀ ਮੰਗੀ ਜਿਹੜੇ ਨੌਜਵਾਨ ਉਹਨਾਂ ਨੂੰ ਆਪਣੇ ਆਦਰਸ਼ ਵਜੋਂ ਦੇਖਦੇ ਸਨ। ਇਸ ਮੌਕੇ ਡੇਵਿਡ ਨੇ ਕਿਹਾ ਕਿ ਉਹ ਆਪਣੀ ਸਜ਼ਾ ਭੁਗਤਣਗੇ ਅਤੇ ਸਜ਼ਾ ਪੂਰੀ ਕਰਨ ਤੋਂ ਬਾਅਦ ਉਹ ਭਾਈਚਾਰੇ ਲਈ ਕੰਮ ਕਰਨਾ ਜਾਰੀ ਰੱਖਣਗੇ। ਉਹਨਾਂ ਨੇ ਉਮੀਦ ਜਤਾਈ ਕਿ ਭਾਈਚਾਰਾ ਵੀ ਉਹਨਾਂ ਦੀ ਇੱਕ ਗਲਤੀ ਲਈ ਉਹਨਾਂ ਬਾਰੇ ਕੋਈ ਰਾਏ ਨਹੀਂ ਬਣਾਏਗਾ। ਇੱਥੇ ਜ਼ਿਕਰਯੋਗ ਹੈ ਕਿ ਡੇਵਿਡ ਸਿੱਧੂ ਅਜਿਹੇ ਇਕੱਲੇ ਵਿਅਕਤੀ ਨਹੀਂ ਸਨ ਜੋ ਅਜਿਹੇ ਮਾਮਲੇ 'ਚ ਫਸੇ ਨੇ। ਕੈਨੇਡਾ ਦੇ ਕਈ ਹੋਰ ਵੱਡੇ ਲੋਕ ਅਤੇ ਇਸ ਤੋਂ ਇਲਾਵਾ ਕਈ ਅਮਰੀਕਾ ਦੇ ਮਸ਼ਹੂਰ ਅਦਾਕਾਰ ਵੀ ਇਸ ਮਾਮਲੇ 'ਚ ਫਸੇ ਸਨ, ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਅਮਰੀਕੀ ਕਾਲਜਾਂ 'ਚ ਦਾਖਲਾ ਦਿਵਾਉਣ ਲਈ ਝੂਠ ਬੋਲਿਆ ਸੀ ਅਤੇ ਉਹਨਾਂ ਬਾਰੇ ਵੀ ਸੁਣਵਾਈ ਚੱਲ ਰਹੀ ਹੈ ਅਤੇ ਕਈਆਂ ਨੂੰ ਇਸ ਮਾਮਲੇ 'ਚ ਦੋਸ਼ੀ ਠਹਿਰਾਇਆ ਜਾ ਚੁੱਕਿਆ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸਟਾਈਲ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ TV ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ TV ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।